ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ ਪੀਐਸਟੈਟ, ਸੀਟੈਟ ਤੇ ਮਾਸਟਰ ਗ੍ਰੇਡ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਪੰਜਾਬੀ ਮਾਸਟਰ ਗ੍ਰੇਡ ਦੇ ਨਾਲ ਸੰਬੰਧਿਤ ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ ਦੇ ਨਾਲ ਰਿਲੇਟਡ ਜਿਹੜੇ 25 MCQ ਡਿਸਕਸ ਕਰਾਂਗੇ ਜੋ ਤੁਹਾਨੂੰ ਮਾਸਟਰ ਗ੍ਰੇਡਰ, ETT ਕੇਡਰ, NTT ਦੇ ਲਈ, NTA ਨੈਟ ਦੇ ਲਈ ਅਤੇ PSTET ਐਗਜ਼ਾਮ ਦੇ ਲਈ ਹੈਲਪਫੁਲ ਰਹਿਣਗੇ। ਸੋ ਇਹਦੇ ਵਿੱਚ ਇਹ ਜਾਊਗਾ ਕਿ ਭਾਸ਼ਾ ਸਿੱਖੀ ਕਿਵੇਂ ਜਾਂਦੀ ਹੈ, ਭਾਸ਼ਾ ਦਾ ਆਧਾਰ ਕੀ ਹੈ, ਠੀਕ ਹੈ, ਭਾਸ਼ਾ ਦਾ ਉਦੇਸ਼ ਕੀ ਹੈ, ਉਹ ਸਭ ਕੁਝ ਇਸ ਦੇ ਵਿੱਚ ਇਨਕਲੂਡ ਹੋਊਗਾ। ਸੋ ਬਹੁਤ ਸਾਰੇ ਜਿਹੜੇ ਕੁਐਸਚਨ ਨੇ ਉਹ ਇਸ ਦੇ ਨਾਲ ਹੀ ਰਿਲੇਟਡ ਆਪਾਂ ਕ੍ਰੀਏਟ ਕਰਾਂਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਨਾਲ ਹੀ ਥਿਊਰੀ ਦੀਆਂ ਕਲਾਸਿਸ ਵੀ ਮਿਲਦੀਆਂ ਰਹਿਣਗੀਆਂ ਅਤੇ ਨਾਲ ਹੀ ਇਹਨਾਂ ਦੇ MCQ ਜਿਹੜੇ ਆ ਉਹ ਵੀ ਤੁਹਾਨੂੰ ਇਸ ਗਰੁੱਪ ਦੇ ਵਿੱਚ ਪ੍ਰੋਵਾਈਡ ਕੀਤੇ ਜਾਣਗੇ ਅਤੇ ਨਾਲ ਹੀ ਆਨਲਾਈਨ ਜਿਹੜੇ ਟੈਸਟ ਹੈਗੇ ਆ ਉਹ ਵੀ ਇਸ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ। ਓਕੇ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੰਪਲੀਟ ਨੇ ਇਹ 1500 ਦੇ ਵਿੱਚ ਤੁਹਾਨੂੰ ਮਿਲ ਜਾਣੀਆਂ ਹੈਗੀਆਂ ਨੇ ਅਤੇ ਇਹਨਾਂ ਦੀ ਜਿਹੜੀ ਵੈਲਿਡਿਟੀ ਰਹੂਗੀ ਉਹ ਲਾਈਫ ਟਾਈਮ ਰਹੂਗੀ। ਲਾਈਫ ਟਾਈਮ ਦਾ ਮਤਲਬ ਕਿ ਜਦੋਂ ਤੱਕ ਪੇਪਰ ਨਹੀਂ ਹੋਊਗਾ ਉਦੋਂ ਤੱਕ ਤੁਸੀਂ ਜਿਹੜਾ ਹੈ ਇਸ ਗਰੁੱਪ ਦੇ ਵਿੱਚ ਬਣੇ ਰਹਿ ਸਕਦੇ ਹੋ ਅਤੇ ਆਪਣੀ ਜਿਹੜੀ ਤਿਆਰੀ ਹੈ ਉਹ ਕੰਪਲੀਟ ਕਰ ਸਕਦੇ ਹੋ। ਸੋ ਬੈਸਟ ਤੋਂ ਬੈਸਟ ਤਰੀਕੇ ਦੇ ਨਾਲ ਜਿਹੜੀ ਕੋਸ਼ਿਸ਼ ਕੀਤੀ ਜਾਊਗੀ ਕਿ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਜਾਵੇ। PDF, ਥਿਊਰੀ, MCQ, ਆਨਲਾਈਨ ਟੈਸਟ ਇਹ ਸਭ ਕੁਝ ਇਸ ਦੇ ਵਿੱਚ ਇਨਕਲੂਡ ਹੋਣਗੇ। ਓਕੇ, ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਫਸਟ ਕੁਐਸਚਨ ਹੈ ਕਿ ਭਾਸ਼ਾ ਕੀ ਹੈ। ਸੋ ਆਪਸ਼ਨ 1 ਹੈ ਜੀ ਇੱਕ ਘਟਨਾ ਹੈ, ਆਪਸ਼ਨ 2 ਇੱਕ ਰੱਬੀ ਦਾਤ ਹੈ, ਆਪਸ਼ਨ 3 ਹੈ ਧੁਨੀਗ੍ਰਾਮ ਹੈ ਅਤੇ ਆਪਸ਼ਨ 4 ਹੈ ਜੀ ਰੂਪਗ੍ਰਾਮ ਹੈ। ਤਾਂ ਭਾਸ਼ਾ ਜਿਹੜੀ ਹੈ ਉਹ ਕੀ ਹੈ ਐਕਚੁਅਲ ਦੇ ਵਿੱਚ ਆਪਾਂ ਇਹ ਸਮਝਣਾ ਹੈ। ਸੋ ਭਾਸ਼ਾ ਜਿਹੜੀ ਹੈ ਇਹ ਇੱਕ ਰੱਬੀ ਦਾਤ ਤਾਂ ਨਹੀਂ ਹੋ ਸਕਦੀ, ਇਹ ਆਪਾਂ ਨੂੰ ਪਹਿਲਾਂ ਹੀ ਪਤਾ ਹੈ, ਠੀਕ ਹੈ। ਧੁਨੀਗ੍ਰਾਮ ਜਿਹੜਾ ਹੈ ਇਹ ਗ੍ਰਾਮਰ ਦਾ ਟੌਪਿਕ ਹੈ, ਇਹ ਵੀ ਇਹਦੇ ਵਿੱਚ ਨਹੀਂ ਆਊਗਾ ਤੇ ਰੂਪਗ੍ਰਾਮ ਵੀ ਜੋ ਕਿ ਆਪਾਂ ਅਗਲੀਆਂ ਕਲਾਸਿਸ ਦੇ ਵਿੱਚ ਡਿਸਕਸ ਕਰਾਂਗੇ। ਓਕੇ, ਫਿਰ ਸਾਡੇ ਕੋਲ ਇੱਕੋ ਪੁਆਇੰਟ ਬਚਦਾ ਹੈ ਉਹ ਹੈ ਜੀ ਇੱਕ ਘਟਨਾ। ਸੋ ਭਾਸ਼ਾ ਜਿਹੜੀ ਹੈ ਇਹ ਇੱਕ ਘਟਨਾ ਮੰਨੀ ਜਾਂਦੀ ਹੈ ਕਿ ਜਦੋਂ ਮਨੁੱਖ ਨੇ ਜਨਮ ਲਿਆ ਧਰਤੀ ਦੇ ਉੱਪਰ ਉਸ ਸਮੇਂ ਕੋਈ ਭਾਸ਼ਾ ਨਹੀਂ ਸੀਗੀ। ਓਕੇ, ਸੋ ਚੁੱਪ ਚਪੀਤਾ ਰਹਿੰਦਾ ਸੀ। ਜਿਵੇਂ ਸਾਡੇ ਕਸਦੇ ਜਾਨਵਰ ਨੇ ਹੌਲੀ ਹੌਲੀ ਕੀ ਹੈ ਇਹਨੇ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਕੋਈ ਖਤਰਾ ਨਜ਼ਰ ਆਉਂਦਾ ਸੀ ਤਾਂ ਉਸ ਖਤਰੇ ਨੂੰ ਜਿਹੜਾ ਹੈ ਦੂਸਰਿਆਂ ਤੱਕ ਮੈਸੇਜ ਪਹੁੰਚਾਉਣ ਦੇ ਲਈ ਚੀਕਾਂ ਵਗੈਰਾ, ਕੂਕਾਂ ਵਗੈਰਾ ਜਿਹੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਇਹ ਕੂਕਾਂ ਹੌਲੀ ਹੌਲੀ ਜਿਹੜੀਆਂ ਕਹਿ ਸਕਦੇ ਹੈਗੇ ਆਂਗੇ ਧੁਨੀਆਂ ਦੇ ਵਿੱਚ ਤਬਦੀਲ ਹੋ ਗਈਆਂ। ਧੁਨੀਆਂ ਦਾ ਮਤਲਬ ਹੈ ਕਿ ਸਾਊਂਡ ਜਿਹੜਾ ਹੈ ਨਾ ਕ੍ਰੀਏਟ ਕਰਨਾ ਸ਼ੁਰੂ ਕੀਤਾ ਅਤੇ ਇਹ ਸਾਊਂਡ ਤੋਂ ਬਾਅਦ ਹੌਲੀ ਹੌਲੀ ਇਹਨੂੰ ਰੈਗੂਲਰ ਜਿਹੜਾ ਕਹਿ ਸਕਦੇ ਆ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਕਿ ਇਸ ਚੀਕ ਦਾ ਜਾਂ ਇਸ ਆਵਾਜ਼ ਦਾ ਜਿਹੜਾ ਇਹ ਮਤਲਬ ਬਣੂਗਾ। ਇਹ ਹੌਲੀ ਹੌਲੀ ਜਿਵੇਂ ਜਿਵੇਂ ਮਨੁੱਖ ਜਿਹੜਾ ਵਿਕਸਿਤ ਹੁੰਦਾ ਗਿਆ ਉਸੇ ਤਰੀਕੇ ਦੇ ਨਾਲ ਹੀ ਇਹਨਾਂ ਨੇ ਇਸ ਭਾਸ਼ਾ ਨੂੰ ਵੀ ਪੂਰੇ ਦਾ ਪੂਰਾ ਜਿਹੜਾ ਡਿਵੈਲਪ ਕਰ ਲਿਆ। ਹੁਣ ਅਸੀਂ ਜਿਹੜਾ ਹੈ ਨਾ ਬੋਲ ਰਹੇ ਹਾਂ, ਹਾਲਾਂਕਿ ਕਈ ਚੀਜ਼ਾਂ ਦੇ ਲਈ ਮਤਲਬ ਚੀਕਾਂ ਹੀ ਹੋ ਸਕਦੀਆਂ ਜੋ ਆਪਾਂ ਬੋਲ ਰਹੇ ਹਾਂ, ਬਟ ਸਾਡੇ ਲਈ ਇਹ ਭਾਸ਼ਾ ਹੈ ਜਿਹਦੇ ਨਾਲ ਤੁਸੀਂ ਇਸ ਨੂੰ ਸਮਝ ਰਹੇ ਹਾਂ ਤੇ ਮੈਂ ਤੁਹਾਡੀ ਭਾਸ਼ਾ ਨੂੰ ਜਿਹੜਾ ਸਮਝ ਪਾਊਂਗਾ। ਓਕੇ, ਤੁਸੀਂ ਮੇਰੀ ਭਾਸ਼ਾ ਨੂੰ ਸਮਝਦੇ ਹੋ ਤੇ ਮੈਂ ਤੁਹਾਡੀ ਭਾਸ਼ਾ ਨੂੰ, ਇਹੀ ਚੀਜ਼ ਹੈ ਜੀ ਭਾਸ਼ਾ। ਓਕੇ, ਇਹ ਵਿਕਸਿਤ ਕਿਵੇਂ ਹੋਈ ਹੈ? ਮਨੁੱਖ ਦੇ ਜਨਮ ਦੇ ਨਾਲ ਹੌਲੀ ਹੌਲੀ ਜਿਹੜਾ ਸਮਾਂ ਪੈ ਕੇ ਇਹ ਵਿਕਸਿਤ ਹੋਈ ਹੈ ਅਤੇ ਇਹ ਕੋਈ ਰੱਬੀ ਦਾਤ ਨਹੀਂ ਹੈ, ਨਾ ਹੀ ਧੁਨੀਗ੍ਰਾਮ ਹੈ ਤੇ ਨਾ ਹੀ ਰੂਪਨਾ। ਇਹ ਇੱਕ ਘਟਨਾ ਸੀ, ਇਹ ਇੱਕ ਇਨਸੀਡੈਂਟ ਸੀਗਾ ਜਿਹਦੇ ਤੋਂ ਮਨੁੱਖ ਨੇ ਇਸ ਧੁਨੀ ਨੂੰ ਕ੍ਰੀਏਟ ਕੀਤਾ, ਮੀਨਸ ਲੈਂਗੁਏਜ ਨੂੰ ਕ੍ਰੀਏਟ ਕੀਤਾ। ਓਕੇ, ਸੋ ਇਸੇ ਕਰਕੇ ਹੀ ਇਹ ਇੱਕ ਘਟਨਾ ਮੰਨੀ ਜਾਂਦੀ ਹੈ। ਨੈਕਸਟ ਹੈ ਜੀ B ਆਪਸ਼ਨ, 2 ਨੰਬਰ ਕੁਐਸਚਨ। ਭਾਸ਼ਾ ਦਾ ਆਧਾਰ ਕੀ ਹੈ? ਆਪਸ਼ਨ 1 ਹੈ ਮਨੁੱਖ, ਆਪਸ਼ਨ 2 ਹੈ ਵਾਕ, ਆਪਸ਼ਨ 3 ਹੈ ਸ਼ਬਦ ਅਤੇ ਆਪਸ਼ਨ 4 ਹੈ ਜੀ ਧੁਨੀ ਪ੍ਰਤੀਕ। ਸੋ ਭਾਸ਼ਾ ਦੇ ਆਧਾਰ ਤੇ ਅਸੀਂ ਗੱਲ ਕਰੀਏ ਮਨੁੱਖ, ਵਾਕ ਜਾਂ ਸ਼ਬਦ, ਇਹਨਾਂ ਚੋਂ ਕਿਹੜਾ ਕਿਹੜਾ ਰਹੂਗਾ ਜੀ, ਠੀਕ ਹੈ। ਤਾਂ ਵਾਕ ਜਿਹੜਾ ਹੈ ਇਹ ਸਾਨੂੰ ਪਤਾ ਹੈ ਕਿ ਸਭ ਤੋਂ ਵੱਡੀ ਇਕਾਈ ਹੈ ਜੀ ਇਹ ਵਿਆਕਰਨ ਦੀ, ਠੀਕ ਹੈ, ਸਭ ਤੋਂ ਵੱਡੀ ਵਿਆਕਰਨਿਕ ਇਕਾਈ ਮੰਨਿਆ ਜਾਂਦਾ ਹੈ ਇਸ ਨੂੰ। ਓਕੇ, ਤੇ ਜਿਹੜਾ ਸ਼ਬਦ ਹੈ ਜੀ ਇਹ ਧੁਨੀ ਤੋਂ ਵੱਡਾ ਮੰਨਿਆ ਜਾਂਦਾ ਹੈ। ਓਕੇ, ਤਾਂ ਮਨੁੱਖ ਕੀ ਹੈ? ਮਨੁੱਖ ਜਿਹੜਾ ਹੈ ਭਾਸ਼ਾ ਦੇ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦਾ ਹੈ ਤੇ ਇੱਕ ਬਚ ਜਾਂਦੀ ਹੈ ਸਾਡੇ ਕੋਲੇ ਜੀ ਫਿਰ ਧੁਨੀ। ਓਕੇ, ਤਾਂ ਭਾਸ਼ਾ ਦਾ ਆਧਾਰ ਕੀ ਹੈ? ਇਹ ਹੈ ਜੀ ਧੁਨੀ ਪ੍ਰਤੀਕ। ਜੇ ਇਕੱਲਾ ਧੁਨੀ ਲਿਖਿਆ ਨਾ ਫਿਰ ਨਹੀਂ ਆਉਣਾ ਸੀਗਾ, ਠੀਕ ਹੈ, ਫਿਰ ਇੱਥੇ ਮਨੁੱਖ ਵਾਲਾ ਹੋ ਸਕਦਾ ਸੀ, ਹੋਰ ਆਪਸ਼ਨ ਹੋ ਸਕਦਾ ਸੀ, ਬਟ ਇਹਨੇ ਕਿ ਧੁਨੀ ਪ੍ਰਤੀਕ ਯਾਨੀ ਕਿ ਸਾਊਂਡ ਜਿਹੜਾ ਹੈ ਨਾ
ਹੈ ਉਸ ਦਾ ਜਿਹੜਾ ਪ੍ਰਤੀਕ ਹੁੰਦਾ ਹੈ ਉਹ ਭਾਸ਼ਾ ਹੁੰਦੀ ਹੈ। ਅਸੀਂ ਬੋਲ ਰਹੇ ਹਾਂ, ਇਹ ਸਾਡੀਆਂ ਧੁਨੀਆਂ ਨੇ, ਇਹਨੂੰ ਜਿਹੜੇ ਇਸ ਲੈਂਗੁਏਜ ਨੂੰ ਸਮਝਦੇ ਆ ਮਤਲਬ ਪੰਜਾਬੀ ਨੂੰ ਹੈ ਨਾ ਉਹ ਸਾਰੇ ਇਸ ਨੂੰ ਸਮਝ ਸਕਦੇ ਆ। ਜਿਹੜੇ ਇੰਗਲਿਸ਼ ਵਾਲੇ ਨੇ ਉਹਨਾਂ ਨੇ ਅਲੱਗ ਤੋਂ ਧੁਨੀਆਂ ਨੇ, ਇਹ ਸਾਰੀਆਂ ਉਸੇ ਤਰੀਕੇ ਦੇ ਨਾਲ ਚੱਲਦੀਆਂ ਹੈਗੀਆਂ ਨੇ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਾ ਦਾ ਜਿਹੜਾ ਆਧਾਰ ਹੈ ਉਹ ਧੁਨੀ ਪ੍ਰਤੀਕ ਹੈ। ਧੁਨੀ ਨੂੰ ਜਿਹੜਾ ਕਹਿ ਸਕਦੇ ਹਾਂ, ਸਾਊਂਡ ਨੂੰ ਜਿਹੜਾ ਹੈ ਆਧਾਰ ਬਣਾਇਆ ਜਾਂਦਾ ਹੈ ਭਾਸ਼ਾ ਦਾ। ਨੈਕਸਟ ਹੈ ਜੀ, ਭਾਸ਼ਾਈ ਧੁਨੀ ਪ੍ਰਤੀਕ ਬਣਦੇ ਹੈਗੇ ਨੇ। ਆਪਸ਼ਨ 1 ਹੈ ਜੀ, ਆਪਸ਼ਨ 1 ਹੈ ਕੁਦਰਤੀ, ਆਪਸ਼ਨ 2 ਹੈ ਆਪ ਮੁਹਾਂਦਰੇ ਢੰਗ ਦੇ ਨਾਲ, ਆਪਸ਼ਨ 3 ਹੈ ਧਰਮ ਦੇ ਦੁਆਰਾ ਅਤੇ ਆਪਸ਼ਨ 4 ਹੈ ਰੱਬਰੀ ਦਾਤ। ਓਕੇ, ਸੋ ਪਹਿਲਾ ਹੈ ਕੁਦਰਤੀ, ਇਹ ਪਹਿਲਾਂ ਨਕਾਰ ਚੁੱਕੇ ਹਾਂ ਕਿਉਂਕਿ ਇਹ ਕੁਦਰਤ ਦੇ ਦੁਆਰਾ ਜਿਹੜੀ ਹੈ ਨਹੀਂ ਬਣਾਈ ਜਾਂਦੀ ਧੁਨੀ ਪ੍ਰਤੀਕ। ਓਕੇ, ਕਿਉਂਕਿ ਇਹ ਕਿਸ ਦੀ ਕਾਢ ਹੈ, ਇਹ ਮਨੁੱਖ ਦੀ ਹੈਗੀ। ਓਕੇ, ਕੁਦਰਤ ਦੇ ਦੁਆਰਾ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਧਰਮ ਦੇ ਦੁਆਰਾ ਨਹੀਂ ਜੀ, ਧਰਮ ਵੀ ਇਸ ਦੇ ਵਿੱਚ ਨਹੀਂ ਆਉਂਦਾ। ਰੱਬੀ ਦਾਤ ਕੁਦਰਤ ਦੇ ਨਾਲ ਹੀ ਜੁੜਦੀ ਹੈ, ਇਸ ਕਰਕੇ ਵੀ ਕੱਢ ਦਿੱਤਾ ਹੈ। ਤਾਂ ਫਿਰ ਇੱਥੇ ਇੱਕੋ ਆਪਸ਼ਨ ਬਚੂਗਾ ਸਾਡੇ ਕੋਲੇ, ਉਹ ਹੋਊਗਾ ਜੀ ਆਪ ਮੁਹਾਂਦਰੇ ਢੰਗ ਦੇ ਨਾਲ। ਜਦੋਂ ਕੋਈ ਸੰਕਟ ਆਉਂਦਾ ਹੈ ਨਾ ਕਿਸੇ ਮਨੁੱਖ ਦੇ ਉੱਪਰ, ਪੁਰਾਣੇ ਸਮੇਂ ਦੇ ਵਿੱਚ ਜਦੋਂ ਮਨੁੱਖ ਦਾ ਜਨਮ ਹੋਇਆ ਉਸ ਸਮੇਂ ਵੀ ਜਦੋਂ ਕੋਈ ਸ਼ੇਰ ਚੀਤਾ ਕੋਈ ਵੀ ਘੇਰ ਲੈਂਦਾ ਸੀ, ਉਹ ਆਪ ਮੁਹਾਂਦਰੇ ਜਿਹੜਾ ਚੀਕ ਮਾਰਦਾ ਸੀ ਨਾ, ਉਸੇ ਚੀਕ ਨੂੰ ਹੀ ਜਿਹੜਾ ਹੈ ਧੁਨੀਆਂ ਦੇ ਵਿੱਚ ਤਬਦੀਲ ਕਰ ਦਿੱਤਾ ਅਤੇ ਇਹ ਚੀਕਾਂ ਬਾਅਦ ਦੇ ਵਿੱਚ ਧੁਨੀ ਬਣ ਕੇ ਫਿਰ ਇੱਕ ਰੈਗੂਲਰ ਉਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ, ਜੋ ਸਾਡੇ ਤੇ ਇੱਕ ਭਾਸ਼ਾ ਦੇ ਰੂਪ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਅਤੇ ਹੁਣ ਅਸੀਂ ਇਸ ਦਾ ਰੂਪ ਜਿਹੜਾ ਬਦਲ ਲਿਆ ਹੈ, ਆਪਣੀਆਂ ਧੁਨੀਆਂ ਕ੍ਰੀਏਟ ਕਰਨੀਆਂ ਨੇ ਜਿਹਦੇ ਨਾਲ ਅਸੀਂ ਸੰਚਾਰ ਕਰ ਸਕਦੇ ਹੈਗੇ ਹਾਂ। ਓਕੇ, ਸੋ ਇਸ ਕਰਕੇ ਇਹਦਾ ਆਨਸਰ ਬੀ ਬਣਦਾ ਹੈ ਕਿ ਭਾਸ਼ਾਈ ਧੁਨੀਆਂ ਪ੍ਰਤੀਕ ਬਣਦੇ ਹੈਗੇ ਨੇ ਆਪ ਮੁਹਾਂਦਰੇ ਢੰਗ ਦੇ ਨਾਲ ਨਿਕਲੀਆਂ ਜਿਹੜੀਆਂ ਆਵਾਜ਼ਾਂ ਹੁੰਦੀਆਂ ਜਾਂ ਚੀਕਾਂ ਹੁੰਦੀਆਂ ਨੇ। ਨੈਕਸਟ ਹੈ ਜੀ 4 ਨੰਬਰ, ਭਾਸ਼ਾ ਦੀ ਵਰਤੋਂ ਸੰਭਵ ਹੈ। ਆਪਸ਼ਨ 1 ਹੈ ਲੋਕਾਂ ਦੇ ਵਿਚਕਾਰ, ਆਪਸ਼ਨ 2 ਹੈ ਸਮਾਜ ਦੇ ਵਿੱਚ, ਆਪਸ਼ਨ 3 ਹੈ ਸਮਰੂਪੀ ਸਮਾਜ ਦੇ ਵਿੱਚ ਅਤੇ ਆਪਸ਼ਨ 4 ਹੈ ਪੜ੍ਹੇ ਲਿਖੇ ਸਮਾਜ ਦੇ ਵਿੱਚ। ਤਾਂ ਪੜ੍ਹੇ ਲਿਖੇ ਦੇ ਮਤਲਬ ਹੁਣ ਇਹ ਨਹੀਂ ਹੈ, ਇਹ ਤਾਂ ਪਹਿਲੀ ਕੱਟਿਆ ਜਾਊਗਾ ਕਿਉਂਕਿ ਸਾਰੇ ਲੋਕ ਪੜ੍ਹੇ ਲਿਖੇ ਨਹੀਂ ਹੈ, ਬਹੁਤ ਸਾਰੇ ਲੋਕ ਅਨਪੜ੍ਹ ਵੀ ਹੈਗੇ ਨੇ, ਇਸ ਕਰਕੇ ਤਾਂ ਆਉਣੇ ਨਹੀਂ। ਸਮਰੂਪੀ ਮਤਲਬ ਕਿ ਇੱਕੋ ਜਿਹਾ ਜਿਹੜਾ ਸਮਾਜ ਹੋਊਗਾ ਉੱਥੇ ਬੋਲਿਆ ਜਾਊਗਾ, ਇਹ ਵੀ ਸੰਭਵ ਨਹੀਂ ਹੈ। ਲੋਕਾਂ ਦੇ ਵਿਚਕਾਰ ਜਿਹੜਾ ਹੈ ਇਹ ਵੀ ਨਹੀਂ ਆਊਗਾ, ਤਾਂ ਸਾਡੇ ਕੋਲ ਆਪਸ਼ਨ ਇਕੱਲਾ ਕੀ ਰਹਿ ਜਾਊਗਾ, ਸਮਾਜ ਦੇ ਵਿੱਚ। ਭਾਸ਼ਾ ਦੀ ਵਰਤੋਂ ਜਿਹੜੀ ਹੈ ਉਹ ਪੂਰੇ ਦੇ ਪੂਰੇ ਸੰਸਾਰ ਦੇ ਵਿੱਚ, ਪੂਰੇ ਸਮਾਜ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਉਹ ਤਾਂ ਕੀਤੀ ਜਾਂਦੀ ਹੈ ਤਾਂ ਕਿ ਉਹ ਆਪਣੇ ਵਿਚਾਰਾਂ ਨੂੰ ਜਿਹੜਾ ਹੈ ਇੱਕ ਦੂਸਰੇ ਤੱਕ ਪਹੁੰਚਾ ਸਕਣ, ਆਦਾਨ ਪ੍ਰਦਾਨ ਜਿਹੜਾ ਹੈ ਉਹਦਾ ਕਰ ਸਕਣ, ਕਿਸੇ ਦੀ ਗੱਲ ਨੂੰ ਸਮਝ ਸਕਣ ਅਤੇ ਕਿਸੇ ਨੂੰ ਆਪਣੀ ਗੱਲ ਜਿਹੜੀ ਹੈ ਉਹ ਸਮਝਾ ਸਕਣ। ਇਹ ਚੀਜ਼ ਕਿੱਥੇ ਹੋਊਗੀ, ਸਮਾਜ ਦੇ ਵਿੱਚ ਹੋਊਗੀ। ਇਸੇ ਕਰਕੇ ਭਾਸ਼ਾ ਦੀ ਵਰਤੋਂ ਸਮਾਜ ਦੇ ਵਿੱਚ ਹੀ ਸੰਭਵ ਹੈ। ਨੈਕਸਟ ਹੈ ਜੀ 5 ਨੰਬਰ, ਭਾਸ਼ਾ। ਆਪਸ਼ਨ 1 ਹੈ ਮਨੁੱਖੀ ਖੋਜ ਹੈ, ਆਪਸ਼ਨ 2 ਹੈ ਪ੍ਰਕਿਰਤ ਦਾਤ ਹੈ, ਆਪਸ਼ਨ 3 ਹੈ ਸੁਭਾਵਿਕ ਦਾਤ ਹੈ ਅਤੇ ਆਪਸ਼ਨ 4 ਹੈ ਇਤਿਹਾਸਕ ਕਿਰਿਆ ਹੈ। ਇਹ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ ਭਾਸ਼ਾ ਜਿਹੜੀ ਹੈ ਉਹ ਮਨੁੱਖ ਦੇ ਦੁਆਰਾ ਕ੍ਰੀਏਟ ਕੀਤੀ ਗਈ ਹੈ, ਮਨੁੱਖ ਦੀ ਖੋਜ ਹੈ। ਉਹਨੇ ਆਪਣੀ ਲੋੜ ਦੇ ਅਨੁਸਾਰ ਵੱਖ-ਵੱਖ ਧੁਨੀਆਂ ਜਿਹੜੀਆਂ ਹਨ ਉਹ ਬਣਾ ਲਈਆਂ ਨੇ ਤਾਂ ਕਿ ਉਹ ਆਪਣੇ ਜਿਹੜੇ ਸੰਦੇਸ਼ ਨੇਗੇ ਉਹ ਦੂਸਰਿਆਂ ਤੱਕ ਪਹੁੰਚਾ ਸਕੇ। ਇਸ ਲਈ ਇਹ ਜਿਹੜੀ ਹੈ ਉਹਨਾਂ ਨੇ ਭਾਸ਼ਾ ਨੂੰ ਬਣਾ ਕੇ ਸਾਡੇ ਤੱਕ ਪਹੁੰਚਾਇਆ ਹੈ ਤੇ ਅਸੀਂ ਇਸ ਦੀ ਵਰਤੋਂ ਜਿਹੜੀ ਹੈ ਉਹ ਕਰਦੇ ਹਾਂ। ਮਨੁੱਖ ਦੀ ਖੋਜ ਹੈ, ਸ਼ੁਰੂਆਤ ਦੇ ਵਿੱਚ ਨਾ ਚੀਕਾਂ ਹੁੰਦੀਆਂ ਸੀ, ਹੁਣ ਸਾਡੇ ਕੋਲੇ ਪ੍ਰੋਪਰ ਧੁਨੀਆਂ ਨੇਗੀਆਂ। ਨੈਕਸਟ ਹੈ ਜੀ 6 ਨੰਬਰ, ਭਾਸ਼ਾ ਦਾ ਉਦੇਸ਼ ਹੈ। ਆਪਸ਼ਨ 1 ਹੈ ਵਿਚਾਰਾਂ ਨੂੰ ਲੜੀ ਚ ਪਰੋਣਾ, ਆਪਸ਼ਨ 2 ਹੈ ਵਿਚਾਰ ਦੇਣਾ, ਆਪਸ਼ਨ 3 ਹੈ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਅਤੇ ਆਪਸ਼ਨ 4 ਹੈ ਵਿਚਾਰਾਂ ਦਾ ਪ੍ਰਗਟਾਵਾ ਕਰਨਾ। ਭਾਸ਼ਾ ਦਾ ਪ੍ਰਮੁੱਖ ਜਿਹੜਾ ਉਦੇਸ਼ ਹੈ ਉਹ ਵਿਚਾਰਾਂ ਨੂੰ ਲੜੀ ਚ ਪਰੋਣਾ ਨਹੀਂ ਹੈ। ਲੜੀ ਚ ਪਰੋਣਾ ਦਾ ਮਤਲਬ ਹੈ ਕਿ ਵਿਚਾਰਾਂ ਨੂੰ ਲਿਖਣਾ। ਓਕੇ, ਵਿਚਾਰ ਦੇਣਾ, ਸੋ ਕੋਈ ਵੀ ਵਿਚਾਰ ਹੋ ਸਕਦਾ ਹੈ, ਠੀਕ ਹੈ, ਬਟ ਭਾਸ਼ਾ ਦਾ ਨਹੀਂ ਹੋ ਸਕਦਾ, ਕੋਈ ਵੀ ਵਿਚਾਰ ਹੋ ਸਕਦਾ ਹੈ, ਠੀਕ ਹੈ। ਇਸ ਤੋਂ ਇਲਾਵਾ ਵਿਚਾਰਾਂ ਦਾ ਜਿਹੜਾ ਪ੍ਰਗਟਾਵਾ ਕਰਨਾ ਉਹ ਤਾਂ ਆਪਣੇ ਵਿਚਾਰ ਹੋ ਗਏ ਨੇ, ਬਟ ਭਾਸ਼ਾ ਉਹ ਚੀਜ਼ ਹੈ ਜਿਹਦੇ ਨਾਲ ਦੋਨੋਂ ਚੀਜ਼ਾਂ ਜੁੜੀਆਂ ਹੋਈਆਂ ਨੇ। ਦੋਨੋਂ ਮਤਲਬ ਇੱਕ ਬੰਦਾ ਸੁਣਦਾ ਹੈ, ਓਕੇ, ਅਤੇ ਇੱਕ ਉਸ ਨੂੰ ਸਮਝਦਾ ਹੈ। ਪਹਿਲਾਂ ਇੱਕ ਬੰਦਾ ਬੋਲਦਾ ਹੈ, ਉਹ ਉਸ ਨੂੰ ਸੁਣਦਾ ਹੈ ਤੇ ਫਿਰ ਉਹਨੂੰ ਸਮਝਦਾ ਹੈ, ਫਿਰ ਉਹ ਆਪਣੀ ਗੱਲ ਬੋਲਦਾ ਹੈ ਤੇ ਫਿਰ ਉਸ ਨੂੰ ਸੁਣਾਉਂਦਾ ਹੈ ਤੇ ਫਿਰ ਉਹ ਸੁਣਾਉਂਦਾ ਸੀ ਜਿਹੜਾ ਪਹਿਲਾਂ, ਓਕੇ, ਫਿਰ ਉਹ ਉਸ ਨੂੰ ਸਮਝਾਉਂਦਾ ਹੈ ਵੀ ਇਹ ਚੀਜ਼ ਬਣਦੀ ਹੈ। ਇਸੇ ਚੀਜ਼ ਨੂੰ ਕਿਹਾ ਜਾਂਦਾ ਹੈ ਵਿਚਾਰਾਂ ਦਾ ਆਦਾਨ ਪ੍ਰਦਾਨ, ਮਤਲਬ ਕਿ ਆਪਣੇ ਵਿਚਾਰ ਦੂਸਰੇ ਪਰਸਨ ਕੋਲੇ ਪਹੁੰਚਾਉਣੇ, ਉਹਨੂੰ ਸਮਝਾਉਣਾ, ਫਿਰ ਉਹ ਆਪਣੇ ਉਸ ਪ੍ਰਤੀ ਜਿਹੜੇ ਰਿਐਕਸ਼ਨ ਹੋਊਗਾ ਉਹ ਫਿਰ ਦੂਸਰੇ ਵਿਅਕਤੀ ਤੱਕ ਦੁਬਾਰਾ ਟ੍ਰਾਂਸਫਰ ਕਰੂਗਾ। ਇਸੇ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ ਵਿਚਾਰਾਂ ਦਾ ਆਦਾਨ ਪ੍ਰਦਾਨ। ਇਹ ਭਾਸ਼ਾ ਦਾ ਪ੍ਰਮੁੱਖ ਉਦੇਸ਼ ਹੈ, ਇਸ ਕਰਕੇ ਸੀ ਆਨਸਰ ਸਹੀ ਹੋ ਜਾਊਗਾ। ਨੈਕਸਟ ਹੈ ਜੀ ਭਾਸ਼ਾ ਸੰਪत्ति ਹੈ। ਆਪਸ਼ਨ 1 ਹੈ ਜੀ ਨਿੱਜੀ ਸੰਪत्ति ਹੈ, ਆਪਸ਼ਨ 2 ਹੈ ਸਮਾਜਿਕ ਸੰਪत्ति ਹੈ, ਆਪਸ਼ਨ 3 ਹੈ ਧੁਨੀਆਤਮਕ ਹੈ, ਆਪਸ਼ਨ 4 ਹੈ ਸ਼ਾਬਦਿਕ ਹੈ। ਭਾਸ਼ਾ ਸੰਪत्ति ਹੋਊਗੀ ਜੀ, ਨਿੱਜੀ ਨਹੀਂ ਹੋ ਸਕਦੀ, ਧੁਨੀਆਤਮਕ ਨਹੀਂ ਹੋ ਸਕਦੀ, ਸ਼ਾਬਦਿਕ ਨਹੀਂ ਹੋ ਸਕਦੀ। ਇਹ ਸੰਪत्ति ਹੈ ਸਮਾਜ ਦੀ, ਕਿਉਂਕਿ ਸਮਾਜ ਨੇ ਆਪਣੀਆਂ ਲੋੜਾਂ ਦੇ ਅਨੁਸਾਰ ਜਿਹੜੇ ਆ ਸ਼ਬਦ ਕ੍ਰੀਏਟ ਕੀਤੇ ਹੈਗੇ ਨੇ ਤਾਂ ਕਿ ਉਹ ਆਪਣੇ ਵਿਚਾਰ ਦੂਜੇ ਲੋਕਾਂ ਤੱਕ ਪਹੁੰਚਾ ਸਕਣ ਅਤੇ ਉਹਨਾਂ ਦੇ ਵਿਚਾਰਾਂ ਨੂੰ ਸਮਝ ਸਕਣ,
ओके, इस करके फिर ये समाज की संपत्ति है, ना कि किसी निजी व्यक्ति की, ते ना ही धुनी की, ते ना ही शब्दिक की। तो व्याकरणिक दी जिहड़ियां इकाइयां होणगीਆਂ। नैक्सट है जी 8 नंबर, बच्चा पहला सीखता है। ऑप्शन 1 है जी भाषा, ऑप्शन 2 है भाषण, ऑप्शन 3 है माँ प्यो के नाम, और ऑप्शन 4 है पैंती। तो हम सारे पता ही है कि जी पैंती है ये तो स्कूल के विच सीखी जाती हैगी, तो यह संभव नहीं है कि भाषा सब तो पहला सीखूगा, इस करके कट दिता जाऊगा। माँ प्यो के नाम बहुत घट बच्चे जोड़े है ना लेंदे हैगे ने, ये भी नहीं आऊगा। ओके, इस तो इलावा भाषण, भाषण वो बंदा दे सकता है जिसका एक्सपीरियंस होगा 2-3 सालों का ना, किते ना किते बोलता रहा है, वो पढ़ के भी हो सकता है, ठीक है, या मूँह ज़बानी भी हो सकता है, बट एक्सपर्ट होगा। फिर इन्हें चुकी बचूगी सब तो पहला भाषा, ठीक है, जोड़ा कि हर एक बच्चा जन्म समय ही शुरुआत कर दिंदा है। ओके, तो जन्म तो समय हो रोना, जोड़ा कहते हैं चीका मारना, ठीक है, इस तरह दी आवाज़ां क्रिएट करता है, ये उन्होंने भाषा होंगी है, ताकि वो समझाना चाहते हैं ने कि उन्होंने किसी चीज़ की जरूरत है, या तो वो रोंदे है या फिर चीका मारते हैं। तुसीं देख ही सकते हो छोटे छोटे बच्चों ना, तो इस करके कह सकते हैं कि बच्चा सब तो पहला सीखता है भाषा। सो ये आंसर राइट रहूगा। नैक्सट है जी 9 नंबर, भाषा प्रबंध है। ऑप्शन 1 है जटिल, ऑप्शन 2 है बज्या है, ऑप्शन 3 है सुतंत्र है, और ऑप्शन 4 है शब्दिक है। इत्थे भाषा प्रबंध की गल हुई है, ठीक है, एजुकेशन जिहड़ा सिस्टम है उसकी गल की गई है, सॉरी लैंगुएज सिस्टम की गल की गई है। सो लैंगुएज सिस्टम दे विच की होवेगा कि स्ट्रक्चर जिहड़ा है वो सुतंत्र होवेगा, क्योंकि भाषा बोलने के लिए कोई रोक टोक नहीं है, कोई बंदिश नहीं है, जिमें भी चाहे वो बोल सकता है ना। सो जिमें उन्हें ठीक लगूगा। सो इस करके ये सुतंत्र रूप के काम करती है। सो जिहड़ा बज्या होया रूप होगा ये व्याकरणिक रूप के होगा। जटिल प्रक्रिया जिहड़ी है ये भी व्याकरणिक रूप के होगी। जो असीं व्याकरण पढ़ांगे वो जटिल हो जूगी, किवें बोलना है, कित्थे की लगाउणा है, दा दी है ना सारा वगैरह। बट जिहड़ी नॉर्मल भाषा है वो असीं सुतंत्र रूप के प्रयोग कर सकते हैं, जो जी चाहे असीं बोल सकते हैं। नैक्सट है जी 10 नंबर, भाषा साधन है। ऑप्शन 1 है मनुखों का, संचार का, व्यवहार का, या फिर समाज का। तो सिंपल जा है, सारे पता ही है इस तरह ना कि भाषा साधन है जी संचार का, कम्यूनीकेशन का। तो कम्यूनीकेशन किस दे नाल करते हैं जी, वो भाषा का विचारों के नाल, थॉट्स के नाल, अपने विचार अपने मन के जिहड़े भाव ने उन्होंने दूजे लोगों तक पहुँचाते हैं, फिर उन्होंने विचार वो सुनते हैं ने। इस चीज़ को कहा जाता है संचार। नैक्सट है जी 11 नंबर, भाषा दात है घरेलू, समाजी, या फिर कुदरती, ते या फिर मनुखी। भाषा किसने दात की है, किसके द्वारा बनाई गई है? ये सिंपल जी अर्थ है इसका कि मनुख के द्वारा भाषा जी बनाई गई है। बट दात किसकी है? भाषा पूरी भाषा जी होगी वो समाज की होगी, ठीक है। समाज इतने ठीक है थोड़ा जा मिसटेक रह गया। समाज जिहड़ा है वो भाषा नूं बनाउंदा है ताकि वो फिर अपनी लोड़ां के अनुसार शब्द वरत के अपनी लोड़ां की पूर्ति कर सके, अपने विचार किसी तक पहुँचा सके, तो दूसरे के विचार जिहड़े है वो समझ सके। नैक्सट है जी 12 नंबर, मनुखी भाषा है सादी हुई, सादी तो भाव इत्थे सोधी हुई है गल, ठीक है, मिसटेक है इत्थे। सो ऑप्शन 2 है प्राकृतिक, ऑप्शन 3 है असमाजिक होंदी है, और ऑप्शन 4 है सरल ते स्पष्ट होंदी है। मनुखी भाषा जिहड़ी है ये होंदी हैगी है जी सोधी हुई भाषा। सोधी हुई भाषा का मतलब है कि यह भाषा जिहड़ी है सोध मतलब हौली हौली जी शुरुआत दे विच जिवें असीं अज बोलते हैं, अज इस पहला नहीं इस तरह हुंदा सी। हौली हौली मनुख ने चीज़ां करनियां सीखियां हैगियां ने। पहलां चीकां मारदा सी, चीकां तो बाद फिर प्रॉपर धुनियां दा इस्तेमाल कीता, तां इस करके सोधे होए रूप दे विच सानूं मिलदी हैगी आ। अते ये कुदरत के द्वारा नहीं दी जाती, असमाजिक नहीं होंदी हैगी, ते सरल ते स्पष्ट भी कई बार नहीं होंदी। कई बार इंग्लिश बोली नहीं जाती जां पंजाबी साडे तो नहीं बोली जाती, सरल ते स्पष्ट भी नहीं हैगी, टफ भी हैगी। ओके, बट सोधी हुई है, ये पॉइंट इहदा सही बनता है कि सोधी हुई हैगी कि ओके। नैक्सट है जी 13 नंबर, भाषा अंदर ऑप्शन 1 है शब्द होंदे हैगे ने, स्वर होंदे हैगे ने, प्रणाली है या फिर संबंध है। भाषा जिहड़ी है ये प्रॉपर तरीके दे नाल काम करदी हैगी आ, ते जिहड़ी चीज़ प्रॉपर तरीके दे नाल काम करदी हुंदी है तां उहदे लई एक सिस्टम की जरूरत होंदी है, तो सिस्टम नूं असीं प्रणाली कहने हाँ। मतलब कि भाषा दे अंदर एक सिस्टम होंदा है, जिवें कि असीं पहलां गल करदे हाँ धुनियां हुंदियां ने, धुनियां तो बाद शब्द होंदे हैगे नेगे, शब्द तो बाद फिर वाक होंदे हैगे नेगे। ओके, ये जरूरी नहीं है कि रिटन होणगे, ठीक है, ये बोल के भी हो सकते हैगे ने। धुनियां बोलदे पहले धुनी की शुरुआत होंदी है, सब तो छोटी इकाई बनती हैगी है, ठीक है, धुनी। फिर इस तो बाद शब्द होंदे जिस तो वड्डे होंदे ते वाक जिहड़े वो सारिਆਂ नालों वड्डे आ जांदे हैगे नेगे। ओके, तो इस तरीके नाल असीं कह सकते हैं कि भाषा जिहड़ी वो एक तरह की प्रणाली है, सिस्टम है। नैक्सट है 14 नंबर, भाषा का आधार है। ऑप्शन 1 है समाज, ऑप्शन 2 है देश, ऑप्शन 3 है मनुखी तजर्बा, और ऑप्शन 4 है मनुख।
ਤਾਂ ਭਾਸ਼ਾ ਦਾ ਜਿਹੜਾ ਆਧਾਰ ਬਣੂਗਾ, ਧਿਆਨ ਰੱਖਿਓ ਇੱਥੇ, ਠੀਕ ਹੈ, ਪੁਆਇੰਟ ਸਾਰੇ ਇੱਕੋ ਜਿਹੇ ਨੇ ਤੇ ਮਿਲਦੇ ਨੇ ਇੱਕ ਦੂਜੇ ਦੇ ਨਾਲ। ਅਸੀਂ ਇੱਥੇ ਚੂਜ਼ ਕਰਾਂਗੇ ਭਾਸ਼ਾ ਦਾ ਆਧਾਰ ਜਿਹੜਾ ਰਹੂਗਾ ਉਹ ਮਨੁੱਖੀ ਤਜਰਬਾ ਰਹੂਗਾ, ਕਿਉਂਕਿ ਭਾਸ਼ਾ ਜਿਹੜੀ ਹੈ ਉਹ ਮਨੁੱਖ ਦੇ ਤਜਰਬੇ ਦੇ ਉੱਪਰ, ਮਨੁੱਖ ਦੀ ਖੋਜ ਦੇ ਉੱਪਰ ਡਿਪੈਂਡ ਕਰਦੀ ਹੈ ਕਿ ਮਨੁੱਖ ਨੇ ਭਾਸ਼ਾ ਕਿਵੇਂ ਬਣਾਈ, ਕਿਹੜੇ ਸ਼ਬਦ ਕ੍ਰੀਏਟ ਕੀਤੇ, ਲੋੜ ਪੈਣ ਦੇ ਉੱਪਰ ਕਿਹੜਾ ਸ਼ਬਦ ਵਰਤਿਆ ਜਾ ਸਕਦਾ ਹੈ, ਉਹ ਸਭ ਕੁਝ ਇਸ ਦੇ ਵਿੱਚ ਆ ਜਾਂਦਾ ਹੈ। ਓਕੇ, ਇਸੇ ਕਾਰਨ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਾ ਦਾ ਆਧਾਰ ਇਹਨਾਂ ਆਪਸ਼ਨਾਂ ਦੇ ਵਿੱਚੋਂ ਮਨੁੱਖੀ ਤਜਰਬਾ ਹੈ, ਉਹਦੇ ਆਧਾਰ ਦੇ ਉੱਪਰ ਭਾਸ਼ਾ ਸਾਡੇ ਸਾਹਮਣੇ ਆਈ ਹੈਗੀ। ਨੈਕਸਟ ਹੈ ਜੀ 15 ਨੰਬਰ, ਭਾਸ਼ਾ ਦਰਪਣ ਹੈ। ਆਪਸ਼ਨ ਇੱਕ ਹੈ ਮਨੁੱਖੀ ਮਨਾਂ ਦਾ, ਸਮਾਜ ਦਾ, ਦੇਸ਼ ਦਾ ਤੇ ਜਾਂ ਫਿਰ ਧੁਨੀਆਂ ਦਾ। ਜੇ ਅਸੀਂ ਮਨੁੱਖੀ ਮਨਾਂ ਦਾ ਕਰਾਂਗੇ ਤਾਂ ਇਹਦਾ ਮਤਲਬ ਉਹ ਇੱਕ ਵਿਅਕਤੀ ਦੀ ਗੱਲ ਕਰੂਗਾ, ਇੱਕ ਮਨੁੱਖ ਦੀ ਗੱਲ ਕਰੂਗਾ, ਹੈ ਨਾ, ਇਸ ਕਰਕੇ ਇਹਨੂੰ ਅਸੀਂ ਨਹੀਂ ਚੂਜ਼ ਕਰਾਂਗੇ। ਜੇ ਅਸੀਂ ਦੇਸ਼ ਦੀ ਗੱਲ ਕਰੀਏ ਤਾਂ ਫਿਰ ਉਹ ਇਕੱਲੇ ਹਿੰਦੁਸਤਾਨ ਦੀ ਜਾਂ ਫਿਰ ਜਾਪਾਨ ਦੀ ਜਾਂ ਫਿਰ ਕਿਸੇ ਵੀ ਦੇਸ਼ ਦੀ ਹੋ ਸਕਦੀ ਹੈ ਨਾ, ਸੋ ਇੱਕ ਹੋ ਜਾਊਗਾ। ਫਿਰ ਜੇ ਧੁਨੀਆਂ ਦੀ ਗੱਲ ਕਰੀਏ ਤਾਂ ਧੁਨੀਆਂ ਚੀਕਾਂ ਵੀ ਹੋ ਸਕਦੀਆਂ ਨੇ, ਕੁਝ ਵੀ ਹੋ ਸਕਦਾ ਹੈ, ਬਟ ਅਸੀਂ ਗੱਲ ਕੀਤੀ ਹੈ ਭਾਸ਼ਾ ਦੇ ਦਰਪਣ ਦੀ। ਤਾਂ ਭਾਸ਼ਾ ਦਰਪਣ ਹੈ ਜੀ ਪੂਰੇ ਸਮਾਜ ਦਾ, ਕੋਈ ਵੀ ਭਾਸ਼ਾ ਹੋ ਸਕਦੀ ਹੈ, ਕੋਈ ਵੀ ਧੁਨੀ ਹੋ ਸਕਦੀ ਹੈਗੀ ਹੈ, ਉਹ ਸਾਰੀਆਂ ਚੀਜ਼ਾਂ ਸਮਾਜ ਨੂੰ ਪ੍ਰੈਜ਼ੈਂਟ ਕਰਦੀਆਂ। ਸਮਾਜ ਕੀ ਸੋਚਦਾ ਹੈ, ਸਮਾਜ ਕਿਹੋ ਜਿਹੇ ਵਿਚਾਰ ਰੱਖਦਾ ਹੈ, ਸਮਾਜ ਕੀ ਕਹਿਣਾ ਚਾਹੁੰਦਾ ਹੈ ਨਾ, ਸੋ ਸਾਰੀਆਂ ਚੀਜ਼ਾਂ ਉਸ ਦੇ ਵਿੱਚ ਇਨਕਲੂਡ ਹੋ ਜਾਂਦੀਆਂ ਨੇ। ਇਹ ਸਮਾਜ ਜਿਹੜਾ ਹੈ ਇਹਦਾ ਸਾਨੂੰ ਦਰਪਣ ਪੇਸ਼ ਕਰਦੀ ਹੈ ਭਾਸ਼ਾ। ਭਾਸ਼ਾ ਦੇ ਜ਼ਰੀਏ ਹੀ ਅਸੀਂ ਜਾਣ ਸਕਦੇ ਹਾਂ ਕਿ ਕਿਹੜਾ ਸਮਾਜ ਕਿਹੋ ਜਿਹੀ ਸੋਚ ਰੱਖਦਾ ਹੈ। ਨੈਕਸਟ ਹੈ ਗੱਲਬਾਤ ਦੀ ਭਾਸ਼ਾ ਦਾ ਆਧਾਰ ਹੈ। ਆਪਸ਼ਨ 1 ਹੈ ਸਥਿਤੀ, ਆਪਸ਼ਨ 2 ਹੈ ਲੋਕ ਮਨ, ਆਪਸ਼ਨ 3 ਹੈ ਦੇਸ਼ ਕਾਲ ਅਤੇ ਆਪਸ਼ਨ 4 ਹੈ ਧੁਨੀਆਂ। ਗੱਲਬਾਤ ਦੀ ਗੱਲ ਹੋ ਰਹੀ ਹੈ ਕਿ ਗੱਲਬਾਤ ਦੀ ਜਿਹੜੀ ਹੈ ਭਾਸ਼ਾ, ਜੋ ਅਸੀਂ ਗੱਲਬਾਤ ਕਰਦੇ ਹਾਂ ਉਹਦਾ ਆਧਾਰ ਕੀ ਹੁੰਦਾ ਹੈ। ਸੋ ਉਹਦਾ ਆਧਾਰ ਜਿਹੜਾ ਹੈ ਉਹ ਸਥਿਤੀ ਹੁੰਦੀ ਹੈ, ਧਿਆਨ ਰੱਖਣਾ। ਓਕੇ, ਸਥਿਤੀ ਦੇ ਅਨੁਸਾਰ ਗੱਲ ਕੀਤੀ ਜਾਊਗੀ, ਮਨੁੱਖ ਕਿੱਥੇ ਸਥਿਤ ਹੈ, ਕਿਸ এনवायरमेंट ਦੇ ਵਿੱਚ ਹੈ, ਉਹਦੇ ਅਨੁਸਾਰ ਜਿਹੜਾ ਹੈ ਨਾ ਉਹ ਗੱਲ ਕਰੂਗਾ, ਅਤੇ ਉਹ ਗੱਲ ਜਿਹੜੀ ਕਰੂਗਾ ਉਹ ਫਿਰ ਆਪਣੇ ਮਨ ਦੀ ਗੱਲ ਕਰੂਗਾ, ਇਹ ਵੀ ਯਾਦ ਰੱਖਣਾ ਹੈ। ਓਕੇ, ਬਟ ਜਦੋਂ ਅਸੀਂ ਸਥਿਤੀ ਦੀ ਗੱਲ ਕਰਾਂਗੇ ਤਾਂ ਇਹਦਾ ਮਤਲਬ ਪਹਿਲਾ ਪੁਆਇੰਟ ਇਹ ਹੋਊਗਾ ਕਿ ਜਦੋਂ ਉਹ ਗੱਲਬਾਤ ਕਰੂਗਾ ਉਹਦਾ ਮੇਨ ਆਧਾਰ ਜਿਹੜਾ ਹੈ ਉਹ ਸਥਿਤੀ ਰਹੂਗੀ, ਕਿਸ ਸਥਿਤੀ ਦੇ ਅਨੁਸਾਰ ਉਹ ਗੱਲ ਕਰੇ, ਹੈ ਨਾ, ਕਿਸੇ ਵਿਅਕਤੀ ਦੇ ਨਾਲ ਕਿਉਂ ਗੱਲ ਕਰੇ, ਇਸ ਸਥਿਤੀ ਤੇ ਡਿਪੈਂਡ ਹੋਊਗਾ। ਬਟ ਉਸ ਸਥਿਤੀ ਤੋਂ ਬਾਅਦ ਫਿਰ ਆਪਣੇ ਮਨ ਚ ਆਊਗਾ ਕਿ ਉਹਦੇ ਮਨ ਦੇ ਵਿੱਚ ਜਿਹੜੀਆਂ ਗੱਲਾਂ ਹੋਣਗੀਆਂ ਉਸ ਸਥਿਤੀ ਪ੍ਰਤੀ ਫਿਰ ਉਹਨੂੰ ਉਹ ਪ੍ਰੈਜ਼ੈਂਟ ਕਰੂਗਾ। ਓਕੇ, ਤੇ ਇੱਥੇ ਇਹਨਾਂ ਨੇ ਗੱਲ ਕੀਤੀ ਹੈ ਕਿ ਗੱਲਬਾਤ ਦੀ ਭਾਸ਼ਾ ਦਾ ਆਧਾਰ ਕੀ ਹੋਊਗਾ, ਤਾਂ ਅਸੀਂ ਲਗਾਵਾਂਗੇ ਸਥਿਤੀ। ਜਦੋਂ ਉਹਨੇ ਆਪਣੇ ਮਨ ਦੇ ਭਾਵਾਂ ਨੂੰ ਪ੍ਰੈਜ਼ੈਂਟ ਕਰਨਾ ਹੈ ਫਿਰ ਉਦੋਂ ਦੇ ਮਨ ਜਿਹੜੇ ਹੈ ਨਾ ਲੋਕ ਮਨ ਜਿਹੜਾ ਆ ਜਾਊਗਾ ਉਹਦੇ ਵਿੱਚ। ਨੈਕਸਟ ਹੈ ਜੀ 17 ਨੰਬਰ, ਮਨੁੱਖੀ ਭਾਸ਼ਾ ਦਾ ਸਿਸਟਮ ਹੈ ਨਿਖੜਵਾਂ, ਜੁੜਵਾ ਜਾਂ ਵਧੇਜੇ ਜਾਂ ਫਿਰ ਸੰਪੂਰਨ। ਮਨੁੱਖੀ ਭਾਸ਼ਾ ਦਾ ਜਿਹੜਾ ਸਿਸਟਮ ਹੈ ਇਹ ਨਿਖੜਵਾਂ ਜਿਹੜਾ ਅੰਗ ਮੰਨਿਆ ਜਾਂਦਾ ਹੈ, ਪੂਰਨ ਤੌਰ ਦੇ ਉੱਪਰ ਇੱਕ ਪ੍ਰਣਾਲੀ ਹੈ ਤੇ ਨਿਖੜਵਾਂ ਅੰਗ ਮੰਨਿਆ ਜਾਂਦਾ ਹੈ। ਓਕੇ, ਨੈਕਸਟ ਹੈ ਜੀ 18ਵਾਂ, ਮਨੁੱਖੀ ਭਾਸ਼ਾ ਅਰਥਾਂ ਦੇ ਵਿੱਚ। ਆਪਸ਼ਨ 1 ਹੈ ਸੀਮਿਤ ਹੈ, ਆਪਸ਼ਨ 2 ਹੈ ਅਸੀਮਿਤ ਹੈ, ਆਪਸ਼ਨ 3 ਹੈ ਪੂਰਨ ਹੈ ਅਤੇ ਆਪਸ਼ਨ 4 ਹੈ ਸਮਝਣਯੋਗ ਹੈ। ਜੇ ਅਸੀਂ ਸੀਮਿਤ ਦੀ ਗੱਲ ਕਰੀਏ ਤਾਂ ਕਦੇ ਹੋ ਹੀ ਨਹੀਂ ਸਕਦਾ, ਕਿਉਂਕਿ ਭਾਸ਼ਾ ਸੀਮਿਤ ਨਹੀਂ ਹੈ, ਭਾਸ਼ਾ ਦੇ ਵਿੱਚ ਰੋਜ਼ ਕੁਛ ਨਾ ਕੁਛ ਨਵਾਂ ਆਉਂਦਾ ਰਹਿੰਦਾ ਹੈ ਤੇ ਬਦਲਦਾ ਰਹਿੰਦਾ ਹੈ। ਪੂਰਨ ਵੀ ਨਹੀਂ ਕਹਿ ਸਕਦੇ ਕਿਉਂਕਿ ਇਹ ਵੀ ਆਪਣੇ ਇਹਦੇ ਨਾਲ ਜੁੜਦਾ ਹੈ, ਸੀਮਿਤ ਦੇ ਵਿੱਚ ਆ ਜਾਊਗਾ ਕਿ ਕਈ ਵਾਰ ਕੁਝ ਹੋਰ ਚੀਜ਼ ਵੀ ਆ ਸਕਦੀ ਹੈ, ਪੂਰਨ ਨਹੀਂ ਹੋ ਸਕਦੀ, ਤੇ ਨਾ ਹੀ ਸਮਝਣਯੋਗ ਜਾਊਗਾ ਕਿਉਂਕਿ ਸਮਝਣਯੋਗ ਕੋਈ ਭਾਸ਼ਾ ਹੋ ਸਕਦੀ ਹੈ, ਸਾਰੀਆਂ ਨਹੀਂ ਹੋ ਸਕਦੀਆਂ। ਬਟ ਇਹਨੇ ਮਨੁੱਖੀ ਭਾਸ਼ਾ ਦੇ ਅਰਥਾਂ ਦੀ ਗੱਲ ਕੀਤੀ ਹੈ ਤੇ ਇਹਦੇ ਅਰਥ ਅਸੀਮਿਤ ਨੇਗੇ। ਆਪਣੀ ਭਾਸ਼ਾ ਦੇ ਵਿੱਚ ਪੰਜਾਬੀ ਦੇ ਵਿੱਚ ਹੀ ਲਾ ਲਓ, ਹਨਾ, ਹਰੇਕ ਵਰਡ ਦੇ ਜਿਹੜਾ ਕਈ ਸ਼ਬਦ ਨਿਕਲੇ ਆਉਂਦੇ ਹੈਗੇ ਨੇ, ਪੰਜਾਬ, ਪੰਜਾਬੀ, ਪੰਜਾਬੀਅਤ, ਠੀਕ ਹੈ। ਸੋ ਇਹ ਸਾਰੇ ਜਿੰਨੇ ਕਹਿ ਸਕਦੇ ਹਾਂ ਸ਼ਬਦ ਬਣਦੇ ਹੈਗੇ ਨੇ, ਵੱਖਰੇ ਵੱਖਰੇ ਅਰਥਾਂ ਨੂੰ ਕ੍ਰੀਏਟ ਕਰਦੇ ਹੈਗੇ ਨੇ। ਇਸ ਕਰਕੇ ਮਨੁੱਖੀ ਭਾਸ਼ਾ ਦੇ ਜਿਹੜੇ ਅਰਥ ਨੇ ਉਹ ਅਸੀਮਿਤ ਨੇਗੇ, ਅਣਗਿਣਤ ਨੇਗੇ, ਗਿਣਤੀ ਤੋਂ ਸਾਡੇ ਬਾਹਰ ਨੇ ਕਿ ਕਿਹੜੇ ਸ਼ਬਦ ਦਾ ਕੀ ਅਰਥ ਨਿਕਲਿਆ ਵੇ, ਕੋਈ ਪਤਾ ਨਹੀਂ। ਨੈਕਸਟ ਹੈ ਜੀ 19 ਨੰਬਰ, ਭਾਸ਼ਾ ਦੀਆਂ ਉਪਭਾਸ਼ਾਵਾਂ ਹੋ ਸਕਦੀਆਂ ਹਨ। ਆਪਸ਼ਨ 1 ਹੈ 2, ਆਪਸ਼ਨ 2 ਹੈ 4, ਆਪਸ਼ਨ 3 ਹੈ ਅਨੇਕ ਅਤੇ ਆਪਸ਼ਨ 4 ਹੈ 7। ਤੇ ਜ਼ਰੂਰੀ ਨਹੀਂ ਹੈ ਕਿ ਭਾਸ਼ਾ ਦੀਆਂ 2 ਜਾਂ 4 ਜਾਂ 5 ਕਿੰਨੀਆਂ ਵੀ ਉਪਭਾਸ਼ਾਵਾਂ ਹੋ ਸਕਦੀਆਂ ਨੇ, ਇਹ ਡਿਪੈਂਡ ਕਰਦਾ ਹੈ ਕਿ ਉਸ ਦੇਸ਼ ਦੇ ਵਿੱਚ ਕਿੰਨੇ ਲੋਕ ਰਹਿੰਦੇ ਨੇ, ਕਿਹੋ ਜਿਹੇ ਖੇਤਰ 'ਚ ਰਹਿੰਦੇ ਨੇ, ਉਹ ਆਪਣੇ ਅਨੁਸਾਰ ਜਿੰਨੀਆਂ ਮਰਜ਼ੀ ਭਾਸ਼ਾਵਾਂ ਚਾਹੇ ਉਪਭਾਸ਼ਾਵਾਂ ਬਣਾ ਸਕਦਾ ਹੈ, ਠੀਕ ਹੈ। ਸੋ ਕੋਈ ਇਹਦੇ ਲਈ ਬੰਦਿਸ਼ ਨਹੀਂ ਹੈ। ਜਿਵੇਂ ਕਿ ਸਾਡੀ ਪੰਜਾਬੀ ਦੀ ਲਾ ਲਓ ਕਿ ਪੰਜਾਬੀ ਸਾਡੀ ਕੇਂਦਰੀ ਭਾਸ਼ਾ ਜਾਂਦੀ ਹੈਗੀ ਆ, ਔਰ ਕੇਂਦਰੀ ਭਾਸ਼ਾ ਦੇ ਵਿੱਚ ਟਕਸਾਲੀ ਭਾਸ਼ਾ ਜਿਹੜੀ ਹੈ ਨਾ ਪ੍ਰਮੁੱਖ ਮੰਨੀ ਜਾਂਦੀ ਹੈ, ਜਿਹਦੇ ਵਿੱਚ ਸਾਡਾ ਸਾਹਿਤ ਲਿਖਿਆ ਜਾਂਦਾ ਹੈ, ਸਾਹਿਤ ਇਸ ਦੇ ਵਿੱਚ ਕ੍ਰੀਏਟ ਕੀਤਾ ਜਾਂਦਾ ਹੈ, ਅਤੇ ਟਕਸਾਲੀ ਭਾਸ਼ਾ ਜਿਹੜੀ ਉਹ ਮਾਝੇ ਦੇ ਵਿੱਚ ਆ ਜਾਂਦੀ ਹੈ, ਇਹ ਵੀ ਆਪਾਂ ਨੋਟ ਕਰਿਆ ਹੋਇਆ ਹੈ। ਓਕੇ, ਇਹਦੇ ਵਿੱਚ ਸਾਰਾ ਸਾਹਿਤ ਲਿਖਿਆ ਹੋਇਆ ਹੈ, ਇਹ ਸਾਰੇ ਪੰਜਾਬ ਦੇ ਵਿੱਚ ਪੜ੍ਹੀ ਜਾ ਸਕਦੀ ਹੈ ਬਿਨਾਂ ਰੋਕ ਟੋਕ ਦੇ। ਇਹਦੇ ਵਿੱਚ ਕਿਤਾਬਾਂ, ਇਹਦੇ ਵਿੱਚ ਅਖਬਾਰ ਜਿਹੜੇ ਹਨ ਉਹ ਕ੍ਰੀਏਟ ਹੁੰਦੇ ਹੈਗੇ ਨੇਗੇ। ਅਖਬਾਰਾਂ, ਧਿਆਨ ਰੱਖਣਾ, ਨੋਟ ਕਰ ਲੈਣਾ, ਅਖਬਾਰਾਂ ਅਤੇ ਕਿਤਾਬਾਂ ਜਿਹੜੀਆਂ ਉਹ ਟਕਸਾਲੀ ਭਾਸ਼ਾ ਦੇ ਵਿੱਚ ਹੁੰਦੀਆਂ ਹੈਗੀਆਂ ਨੇ, ਜਿੰਨਾ ਵੀ ਕੁਝ ਹੁੰਦਾ ਹੈ।
बट होर भी ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਲੈਂਗੁਏਜ ਨੇ ਜਿਹਦੇ ਵਿੱਚ ਮਲਵਈ ਆ ਜਾਂਦੀ ਹੈ ਜੋ ਸਾਡੇ ਮਾਲਵੇ ਖੇਤਰ ਦੇ ਵਿੱਚ ਬੋਲੀ ਜਾਂਦੀ ਹੈਗੀ ਮਾਝੀ ਆ ਜਾਂਦੀ ਹੈ ਜੋ ਮਾਝੇ ਖੇਤਰ ਦੇ ਵਿੱਚ ਬੋਲੀ ਜਾਂਦੀ ਹੈਗੀ ਆ, ਠੀਕ ਹੈ। ਦੁਆਬੀ ਆ ਜਾਂਦੀ ਹੈਗੀ ਆ ਜੀ, ਪੋਠੋਹਾਰੀ ਹੋ ਜਾਂਦੀ ਹੈ। ਬਟ ਅਸੀਂ ਪੰਜਾਬ ਦੀ ਗੱਲ ਕਰਾਂਗੇ। ਪੰਜਾਬ ਦੇ ਵਿੱਚ 3 ਪ੍ਰਮੁੱਖ ਜਿਹੜੀਆਂ ਉਪਭਾਸ਼ਾਵਾਂ ਨੇਗੀਆਂ, ਕਿਸ ਦੀਆਂ ਜੀ? ਪੰਜਾਬੀ ਦੀਆਂ। ਓਕੇ, ਪੰਜਾਬ ਮਲਵਈ ਜਿਹੜੀ ਹੈ ਉਹ 15 ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਹੈ, ਮਾਝੀ ਜਿਹੜੀ ਹੈ 4 ਜ਼ਿਲ੍ਹਿਆਂ 'ਚ ਹੈ, ਦੁਆਬੀ ਜਿਹੜੀ ਹੈ 4 ਜ਼ਿਲ੍ਹਿਆਂ ਦੇ ਵਿੱਚ ਹੈ। ਇਹਨਾਂ ਸਾਰਿਆਂ ਦੇ ਵਿੱਚ ਵੱਖਰੀ ਵੱਖਰੀ ਭਾਸ਼ਾ ਬੋਲੀ ਜਾਂਦੀ ਹੈ। ਮਲਵਈ ਦੇ ਵਿੱਚ ਵੀ 15 ਜ਼ਿਲ੍ਹੇ ਨੇ ਤੇ 15 ਜ਼ਿਲ੍ਹਿਆਂ ਦੇ ਵਿੱਚ ਵੱਖਰੀ ਵੱਖਰੀ ਭਾਸ਼ਾ ਹੈ, ਵੱਖਰੇ ਵੱਖਰੇ ਸ਼ਬਦ ਨੇ, ਵੱਖਰੇ ਵੱਖਰੇ ਉਹਨਾਂ ਦੇ ਅਰਥ ਨੇਗੇ। ਓਕੇ, ਇਸੇ ਕਰਕੇ ਅਸੀਂ ਕਹਿ ਸਕਦੇ ਕਿ ਭਾਸ਼ਾਵਾਂ ਦੀਆਂ ਜਿਹੜੀਆਂ ਉਪਭਾਸ਼ਾਵਾਂ ਨੇ ਉਹ ਅਨੇਕਾਂ ਹੋ ਸਕਦੀਆਂ ਹੈਗੀਆਂ ਨੇ, ਇੱਕ ਜਾਂ ਦੋ ਨਹੀਂ। ਨੈਕਸਟ ਹੈ ਭਾਸ਼ਾ। ਆਪਸ਼ਨ ਇੱਕ ਹੈ ਭਾਸ਼ਣ ਦੇਣ ਦੀ ਕਲਾ ਹੈ, ਕੁਦਰਤੀ ਆਵਾਜ਼ਾਂ ਦੀ ਨਕਲ ਹੈ, ਮਨੁੱਖੀ ਸੰਚਾਰ ਦਾ ਮਾਧਿਅਮ ਹੈ ਤੇ ਜਾਂ ਫਿਰ ਵਿਆਕਰਨਕ ਨਿਯਮਾਂ ਦਾ ਸਮੂਹ ਹੈ। ਜੇ ਅਸੀਂ ਭਾਸ਼ਣ ਦੇਣ ਦੀ ਕਲਾ ਦੀ ਗੱਲ ਕਰੀਏ ਤਾਂ ਇਹ ਵੀ ਠੀਕ ਹੈ, ਪਰ ਭਾਸ਼ਾ ਦੀ ਗੱਲ ਕੀਤੀ ਉਹਨਾਂ ਨੇ, ਹੈ ਨਾ। ਭਾਸ਼ਣ ਕੋਈ ਵੀ ਹੋ ਸਕਦਾ ਹੈ, ਇੱਕ ਕਲਾ ਹੋਊਗੀ, ਇਹ ਐਕਸਪੀਰੀਅੰਸ ਦੇ ਨਾਲ ਹੋਊਗਾ, ਇਹ ਭਾਸ਼ਾ ਨਹੀਂ ਹੋ ਸਕਦੀ। ਓਕੇ, ਐਕਸਪੀਰੀਅੰਸ ਹੈ, ਐਕਸਪੀਰੀਅੰਸ ਤੋਂ ਬਾਅਦ ਜਿਹੜਾ ਕਹਿ ਐਡ ਹੋਊਗਾ। ਕੁਦਰਤੀ ਨਕਲ ਕਰਨਾ ਵੀ ਕਹਿ ਸਕਦੇ ਹਾਂ ਭਾਸ਼ਾ ਨਹੀਂ ਹੋਊਗੀ, ਕਿਉਂਕਿ ਉਹਦੇ ਨਾਲ ਸਾਡੇ ਸੰਦੇਸ਼ ਵੀ ਪਹੁੰਚਣੇ ਜ਼ਰੂਰੀ ਹੈਗੇ ਨੇ ਤੇ ਕੁਦਰਤੀਆਂ ਆਵਾਜ਼ਾਂ ਵੱਖਰੀਆਂ ਵੱਖਰੀਆਂ ਹੈਗੀਆਂ ਨੇ, ਚੀਕਾਂ ਵੀ ਹੋ ਸਕਦੀਆਂ, ਹਵਾਵਾਂ ਵੀ ਹੋ ਸਕਦੀਆਂ ਨੇ, ਹੈ ਨਾ। ਵਿਆਕਰਨਕ ਦਾ ਨਿਯਮਾਂ ਦੇ ਅਨੁਸਾਰ ਜਿਹੜਾ ਸਮੂਹ ਹੋਊਗਾ ਉਹ ਵਿਆਕਰਨਕ ਰੂਪ ਦੇ ਵਿੱਚ ਹੋਊਗਾ। ਬਟ ਭਾਸ਼ਾ ਕੀ ਹੋਵੇਗੀ? ਮਨੁੱਖੀ ਸੰਚਾਰ ਦਾ ਮਾਧਿਅਮ ਹੋਊਗੀ। ਭਾਸ਼ਾ ਦੇ ਨਾਲ ਮਨੁੱਖ ਜਿਹੜਾ ਹੈ ਆਪਣਾ ਕਮਿਊਨੀਕੇਸ਼ਨ ਕਰੂਗਾ ਤਾਂ ਕਿ ਉਹ ਆਪਣੇ ਵਿਚਾਰ ਦੂਸਰੇ ਤੱਕ ਜਿਹੜਾ ਹੈ ਪਹੁੰਚਾ ਸਕੇ ਅਤੇ ਉਹਦੇ ਵਿਚਾਰ ਜਿਹੜੇ ਆ ਉਹ ਸਮਝ ਸਕੇ। ਤਾਂ ਉਹਦੇ ਵਿੱਚ ਦੋਨੋਂ ਚੀਜ਼ਾਂ ਹੋਣੀਆਂ ਜ਼ਰੂਰੀ ਨੇਗੀਆਂ। ਨੈਕਸਟ ਹੈ 21 ਨੰਬਰ। ਭਾਸ਼ਾ ਵਿੱਚ ਪ੍ਰਾਥਮਿਕ ਹੈ। ਆਪਸ਼ਨ 1 ਹੈ ਸੰਕੇਤ, ਆਪਸ਼ਨ 2 ਹੈ ਸੰਚਾਰ, ਆਪਸ਼ਨ 3 ਹੈ ਧੁਨੀ ਤੇ ਆਪਸ਼ਨ 4 ਹੈ ਉਚਾਰ। ਸੰਕੇਤ ਅਸੀਂ ਉਦੋਂ ਇਸਤੇਮਾਲ ਕਰਦੇ ਹਾਂ ਜਦੋਂ ਅਸੀਂ ਬੋਲ ਨਹੀਂ ਸਕਦੇ, ਇਹ ਸਾਨੂੰ ਪਤਾ ਹੈ। ਧੁਨੀ ਦਾ ਇਸਤੇਮਾਲ ਕਿਸੇ ਵੀ ਤਰੀਕੇ ਨਾਲ ਹੋ ਸਕਦਾ, ਚੀਕਾਂ ਵੀ ਹੋ ਸਕਦੀਆਂ ਹੈਗੀਆਂ ਨੇ। ਓਕੇ, ਇਹ ਆਪਾਂ ਗੱਲ ਕੀਤੀ ਹੈ, ਰੌਲਾ ਵੀ ਹੋ ਸਕਦਾ ਹੈ। ਉਚਾਰ ਬੋਲਣ ਦੀ ਜਿਹੜੀ ਪ੍ਰਕਿਰਿਆ ਹੋਊਗੀ, ਠੀਕ ਹੈ। ਬਟ ਭਾਸ਼ਾ ਦੇ ਵਿੱਚ ਪ੍ਰਮਾਤਮਕ ਜਿਹੜਾ ਹੈ ਸਭ ਤੋਂ ਪ੍ਰਾਥਮਿਕ ਹੋਊਗਾ ਉਹ ਹੋਊਗਾ ਸੰਚਾਰ, ਕਮਿਊਨੀਕੇਸ਼ਨ ਹੋਊਗਾ, ਜਾਣੀ ਕਿ ਆਪਣੇ ਵਿਚਾਰ ਜਿਹੜੇ ਹੈ ਉਹ ਦੂਸਰੇ ਤੱਕ ਪਹੁੰਚਾਉਣ ਦੀ ਗੱਲ ਹੋਊਗੀ। ਸੰਚਾਰ ਜਿਹੜਾ ਹੈ ਉਹ ਭਾਸ਼ਾ ਦੇ ਵਿੱਚ ਇੱਕ ਇੰਪੋਰਟੈਂਟ ਰੋਲ ਅਦਾ ਕਰਦਾ ਹੈ। ਨੈਕਸਟ ਹੋਊਗਾ 22 ਨੰਬਰ। ਭਾਸ਼ਾ ਵਿੱਚ ਸ਼ਬਦਾਂ ਦੇ ਸ਼ਬਦ ਅਤੇ ਅਰਥ ਦਾ ਸੰਬੰਧ ਹੈ। ਕੁਦਰਤੀ, ਆਪ ਮੁਹਾਂਦਰਾ, ਨਿਆਯੁਕਤ ਅਤੇ ਵਿਆਕਰਨਿਕ। ਭਾਸ਼ਾ ਦੇ ਵਿੱਚ ਸ਼ਬਦ ਵਰਤੇ ਜਾਂਦੇ ਹੈ ਅਤੇ ਉਹਨਾਂ ਸ਼ਬਦਾਂ ਦੇ ਕੁਝ ਅਰਥ ਵੀ ਹੁੰਦੇ ਹੈਗੇ ਨੇ। ਇਹਨਾਂ ਦੋਨਾਂ ਦਾ ਜਿਹੜਾ ਕਹਿ ਸਕਦੇ ਹਾਂ ਸੰਬੰਧ ਹੈ ਉਹ ਕਿਸ ਤਰ੍ਹਾਂ ਦਾ ਹੈ? ਤਾਂ ਇਹਨਾਂ ਦੋਨਾਂ ਦਾ ਜਿਹੜਾ ਸੰਬੰਧ ਹੈ ਉਹ ਆਪ ਮੁਹਾਂਦਰਾ ਹੈ। ਆਪਣੇ ਆਪ ਜਿਹੜਾ ਕੋਈ ਨਾ ਕੋਈ ਸ਼ਬਦ ਬੋਲਿਆ ਜਾਂਦਾ ਹੈ ਅਤੇ ਉਸ ਸ਼ਬਦ ਦਾ ਕੋਈ ਨਾ ਕੋਈ ਜਿਹੜਾ ਅਰਥ ਵੀ ਕੁਛ ਨਾ ਕੁਛ ਜ਼ਰੂਰ ਨਿਕਲਦਾ ਹੈ। ਉਹ ਕੋਈ ਵੀ ਹੋ ਸਕਦਾ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ਬਦ ਕ੍ਰੀਏਟ ਹੋ ਸਕਦਾ ਹੈ। ਨੈਕਸਟ ਹੈ ਜੀ 23 ਨੰਬਰ। ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ। ਆਪਸ਼ਨ 1 ਹੈ ਸਮਾਜ ਦੇ ਵਿੱਚੋਂ, ਸੱਭਿਆਚਾਰ ਦੇ ਵਿੱਚੋਂ, ਪਰਿਵਾਰ ਦੇ ਵਿੱਚੋਂ ਤੇ ਜਾਂ ਫਿਰ ਪੁਸਤਕਾਂ ਦੇ ਵਿੱਚੋਂ। ਸੋ ਪੁਸਤਕਾਂ ਦੇ ਵਿੱਚੋਂ ਅਸੀਂ ਕਹਿ ਸਕਦੇ ਹਾਂ ਪੜ੍ਹ ਹੀ ਸਕਦੇ ਹੈਗੇ ਆਂਗੇ। ਓਕੇ, ਪਰਿਵਾਰ ਦੇ ਵਿੱਚੋਂ ਅਸੀਂ ਕੁਝ ਸ਼ਬਦ ਸਿੱਖ ਸਕਦੇ ਹੈਗੇ ਆਂਗੇ ਤੇ ਸੱਭਿਆਚਾਰ ਦੇ ਵਿੱਚੋਂ ਅਸੀਂ ਸਾਡੇ ਕੁਝ ਜਿਹੜੇ ਆ ਐਥਿਕਸ ਨੇ ਉਹ ਸਿੱਖ ਸਕਦੇ ਹੈਗੇ ਆ। ਬਟ ਭਾਸ਼ਾ ਪ੍ਰਮੁੱਖ ਤੌਰ ਦੇ ਵਿੱਚ ਗ੍ਰਹਿਣ ਕੀਤੀ ਜਾਂਦੀ ਹੈ ਸਾਡੇ ਸਮਾਜ ਦੇ ਵਿੱਚੋਂ, ਸਾਡੀ ਸੁਸਾਇਟੀ ਦੇ ਵਿੱਚੋਂ ਸਮਝੀ ਜਾਂਦੀ ਹੈ ਜੀ ਸਾਡੀ ਭਾਸ਼ਾ ਤੇ ਉੱਥੋਂ ਅਸੀਂ ਅਡਾਪਟ ਕਰਦੇ ਹਾਂ ਭਾਸ਼ਾ ਨੂੰ। ਓਕੇ, ਤਾਂ ਸਮਾਜ ਦੇ ਵਿੱਚੋਂ ਅਸੀਂ ਭਾਸ਼ਾ ਗ੍ਰਹਿਣ ਕਰਦੇ ਹਾਂ। ਇਹ ਬੱਚੇ ਨੂੰ ਪਤਾ ਹੈ, ਇਹਦੇ ਬਾਰੇ ਸਮਝਾਉਣ ਦੀ ਵਾਲੀ ਕੋਈ ਗੱਲ ਹੈ ਨਹੀਂ। ਨੈਕਸਟ ਹੈ ਭਾਸ਼ਾ ਜੀ। ਭਾਸ਼ਾ ਅਰਥ ਪ੍ਰਬੰਧ ਹੈ, ਰੂਪਮਈ ਪ੍ਰਬੰਧ ਹੈ, ਚਿਹਨ ਪ੍ਰਬੰਧ ਹੈ ਤੇ ਜਾਂ ਫਿਰ ਅੱਖਰ ਪ੍ਰਬੰਧ ਹੈ। ਭਾਸ਼ਾ ਜਿਹੜੀ ਹੈ ਇਹ ਇੱਕ ਤਰ੍ਹਾਂ ਦਾ ਚਿੰਨ੍ਹ ਪ੍ਰਬੰਧ ਹੈ, ਠੀਕ ਹੈ, ਯਾਨੀ ਕਿ ਚਿੰਨ੍ਹਾਂ ਦਾ ਜਿਹੜਾ ਪ੍ਰਬੰਧ ਕਰਨਾ ਹੈ ਵੱਖਰੇ ਵੱਖਰੇ ਨੂੰ, ਇਸੇ ਨੂੰ ਹੀ ਭਾਸ਼ਾ ਕਿਹਾ ਜਾਂਦਾ ਹੈ। ਨੈਕਸਟ ਹੈ ਜੀ 25 ਨੰਬਰ ਲਾਸਟ ਕੁਐਸਚਨ। ਅਰਥ ਉਤਕਰਸ਼ ਕੀ ਹੈ? ਆਪਸ਼ਨ 1 ਹੈ ਅਰਥ ਪਰਿਵਰਤਨ ਦੀ ਦਿਸ਼ਾ, ਆਪਸ਼ਨ 2 ਹੈ ਰੂਪ ਪਰਿਵਰਤਨ ਦੀ ਦਿਸ਼ਾ, ਆਪਸ਼ਨ 3 ਹੈ ਧੁਨੀ ਪਰਿਵਰਤਨ ਦੀ ਦਿਸ਼ਾ ਅਤੇ ਆਪਸ਼ਨ 4 ਹੈ ਵਾਕ ਪਰਿਵਰਤਨ ਦੀ ਦਿਸ਼ਾ। ਸੋ ਅਰਥ ਉਤਕਰਸ਼ ਜਿਹੜਾ ਹੈ ਪੰਜਾਬੀ ਗ੍ਰਾਮਰ ਦੇ ਵਿੱਚ ਇਹ ਹੈ ਜੀ ਅਰਥ ਦੇ ਪਰਿਵਰਤਨ ਦੀ ਦਿਸ਼ਾ ਨਾਲ ਸੰਬੰਧਿਤ। ਜਿਹੜਾ ਸ਼ਬਦ ਬੋਲਿਆ ਗਿਆ ਹੈ ਉਹਦਾ ਅਰਥ ਕੀ ਹੈ, ਓਕੇ, ਕੀ ਕਹਿਣਾ ਚਾਹੁੰਦਾ ਹੈ ਉਹ ਚੀਜ਼, ਕਿਉਂ ਵਰਤਿਆ ਗਿਆ ਹੈ ਉਹ ਸ਼ਬਦ, ਕਿੱਥੇ ਵਰਤਿਆ ਗਿਆ ਹੈ, ਠੀਕ ਹੈ, ਕੀ ਰੀਜ਼ਨ ਰਿਹਾ ਹੈ, ਉਸਦਾ ਕਾਰਨ ਕੀ ਰਿਹਾ ਹੈ, ਉੱਥੇ ਹੀ ਕਿਉਂ ਬੋਲਿਆ ਗਿਆ ਹੈ ਅਤੇ ਅਰਥ ਦੀ ਜਿਹੜੀ ਦਿਸ਼ਾ ਹੈ ਉਹਦੇ ਵਿੱਚ ਪਰਿਵਰਤਨ ਕਿਉਂ ਆਇਆ ਹੈ। ਇਹ ਸਾਰੀ ਚੀਜ਼ ਜਿਹੜੀ ਹੈ ਇਹ ਕਹਾਉਂਦੀ ਹੈ ਜੀ ਅਰਥ ਉਤਕਰਸ਼ਣ। ਓਕੇ, ਯਾਨੀ ਕਿ ਅਰਥ ਦੇ ਪਰਿਵਰਤਨ ਦੀ ਗੱਲ ਕੀਤੀ ਗਈ ਹੈ ਕਿ ਅਰਥ ਦੇ ਪਰਿਵਰਤਨ ਦੀ ਦਿਸ਼ਾ ਦੀ ਜਦੋਂ ਗੱਲ ਹੋਊਗੀ ਉਹਦਾ ਅਰਥ ਹੈ ਅਰਥ ਉਤਕਰਸ਼ਣ। ਓਕੇ ਜੀ, ਸੋ ਇਹ ਸੀ ਸਾਡੇ ਅੱਜ ਦੇ MCQ। ਸੋ ਉਮੀਦ ਕਰਦਾ ਹਾਂ ਕਿ ਸਾਰਿਆਂ ਦੇ ਲਈ ਹੈਲਪਫੁਲ ਰਹੇ ਹੋਣਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ
सबसक्राइब जरूर कर लिया करो। सो एक प्लीज़ वीडियो ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। सो बहुत घट ਜਿਹੜੇ स्टूडेंट ਲਾਈਕ ਕਰਦੇ ਹੈਗੇ ਨੇ। सो ਤੁਹਾਨੂੰ ਪਤਾ ਹੈ ਕਿ ਕਿੰਨੀ ਮਿਹਨਤ ਲੱਗਦੀ ਹੈ ਸਾਰੀ ਚੀਜ਼ ਨੂੰ ਤਿਆਰ ਕਰਨ ਦੇ ਲਈ, ਹੈ ਨਾ। ਸੋ ਪਲੀਜ਼ ਲਾਈਕ ਵਾਲਾ ਜਿਹੜਾ ਬਟਨ ਹੈ ਉਹ ਜ਼ਰੂਰ ਦਬਾ ਦਿਆ ਕਰੋ, ਓਕੇ, ਤਾਂ ਕਿ ਇੱਕ એનર્ਜੀ ਜਿਹੜੀ ਆ ਉਹ ਮਿਲਦੀ ਰਹੇ। ਸੋ ਅਸੀਂ ਅੱਜ ਦਾ ਟੌਪਿਕ। ਸੋ ਥੈਂਕ ਯੂ ਸੋ ਮਚ ਜੀ। ਸੋ ਨੈਕਸਟ ਮਿਲਦੇ ਹਾਂ ਜਿਓਗ੍ਰਾਫੀ ਦੀ ਕਲਾਸ ਦੇ ਵਿੱਚ।